ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜੈਮਸੀ ਦੀ ਪਿਆਰੇ ਭੈਣ ਭਰਾਵੋ, ਇਸ ਵੀਡੀਓ 'ਚ ਅੱਜ ਮੈਂ ਤੁਹਾਡੇ ਨਾਲ ਆਪਣੇ ਜੀਵਨ ਦੀਆਂ ਟੈਸਟਮਨੀ ਨੂੰ ਸ਼ੇਅਰ ਕਰੂੰਗਾ, ਜਿਸ ਵਿੱਚ ਕਿਸ ਤਰ੍ਹਾਂ ਪਰਮੇਸ਼ਵਰ ਨੇ ਮੈਨੂੰ ਬਚਪਨ ਤੋਂ ਲੈ ਕੇ ਅੱਜ ਤੱਕ ਸੰਭਾਲਿਆ। ਅੱਜ ਤਕਰੀਬਨ ਮੇਰੀ ਏਜ ਜੋ 29-30 ਦੇ ਆਸ-ਪਾਸ ਆ। ਬਚਪਨ 'ਚ ਮੈਂ ਪ੍ਰਭੂ ਨੂੰ, ਮੇਰਾ ਜੋ ਜਨਮ ਹੈ ਪ੍ਰਭੂ 'ਚ ਹੀ ਹੋਇਆ। ਮੈਂ ਚਰਚ ਸਾਨੂੰ ਬਚਪਨ ਤੋਂ ਲੈ ਕੇ ਜਾਂਦੇ ਹੁੰਦੇ ਸੀ ਘਰ ਦੇ। ਅਤੇ ਮੈਂ ਪੰਜਾਬ ਦਾ ਜਲੰਧਰ ਸਿਟੀ ਦਾ ਰਹਿਣ ਵਾਲਾ, ਅਤੇ ਅਸੀਂ ਜਲੰਧਰ ਤੋਂ ਮੇਰਾ 10 ਕਿਲੋਮੀਟਰ ਪਿੰਡ ਆ ਜਮਸ਼ੇਰ, ਅਤੇ ਅਸੀਂ ਹਰ ਐਤਵਾਰ ਮੇਰੇ ਘਰ ਦੇ ਸਾਨੂੰ ਜਲੰਧਰ ਚਰਚ ਬੂਟਾ ਮੰਡੀ ਲੈ ਕੇ ਜਾਂਦੇ ਹੁੰਦੇ ਸੀ। ਅਤੇ ਉਸ ਚਰਚ 'ਚ ਅੱਜ ਤੱਕ ਪ੍ਰਭੂ ਦੀ ਕਿਰਪਾ ਦੁਆਰਾ ਅੱਜ ਤੱਕ ਮੇਰੀ ਫੈਮਿਲੀ ਨੂੰ ਅਤੇ ਮੈਨੂੰ ਉੱਥੇ ਉਸ ਵਿੱਚ ਬਣੇ ਰਹਿਣ ਲਈ, ਉੱਥੇ ਸੰਤਾਂ ਦੀ ਸੰਗਤੀ ਵਿੱਚ ਬਣੇ ਰਹਿਣ ਦੇ ਵਿੱਚ ਪਰਮੇਸ਼ਵਰ ਨੇ ਸਾਡੀ ਮਦਦ ਸਹਾਇਤਾ ਕੀਤੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ। ਸਾਡੀ ਫੈਮਿਲੀ ਛੋਟੀ ਫੈਮਿਲੀ ਸੀ। ਜਦੋਂ ਮੈਂ 12 ਸਾਲ ਦਾ ਸੀ, ਮੇਰੇ ਮਾਤਾ ਜੀ ਦੀ ਡੈਥ ਹੋ ਗਈ, ਅਤੇ ਮੈਂ ਛੋਟਾ ਹੁੰਦਾ ਪੜ੍ਹਾਈ 'ਚ ਬਹੁਤ ਜ਼ਿਆਦਾ ਵੀਕ ਹੁੰਦਾ ਸੀ। ਮੈਂ 5ਵੀਂ-6ਵੀਂ ਕਲਾਸ ਵਿੱਚ ਚਲਾ ਗਿਆ, ਪਰ ਮੈਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਸੀ। ਜਿੰਨਾ ਚਿਰ ਮੇਰੇ ਮਦਰ ਸੀ, ਉਹਨਾਂ ਨੇ ਮੈਨੂੰ ਕਾਫੀ ਮਿਹਨਤ ਕੀਤੀ ਮੇਰੇ 'ਤੇ। ਮੈਨੂੰ ਉਹਨਾਂ ਨੇ ਪੜ੍ਹਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਹਨਾਂ ਨੇ ਮੇਰੇ 'ਤੇ ਬਹੁਤ ਆਪਣਾ ਟਾਈਮ ਮੈਨੂੰ ਬਹੁਤ ਦਿੱਤਾ। ਉਹਨਾਂ ਦੀ ਕੋਸ਼ਿਸ਼ ਸੀ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੈਰਾਂ 'ਤੇ ਖੜ੍ਹੇ ਹੋਵੇ, ਥੋੜ੍ਹਾ ਪੰਜਾਬੀ ਪੜ੍ਹਨ ਜੋਗਾ ਹੋ ਜਾਵੇ। ਅਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਮੇਰੇ ਥੋੜ੍ਹੇ ਉੱਦਾਂ ਵੀ ਸਖਤ ਸੀ। ਮਾਤਾ ਮੇਰੀ ਸਾਡੇ 'ਤੇ ਬਹੁਤ ਸਟਿਕ ਸੀ। ਅਸੀਂ ਮੰਮੀ ਦੇ ਹੁੰਦੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਸੀ। ਜ਼ਿਆਦਾ ਪੁੱਛ-ਗਿੱਛ ਸੀ ਹਰ ਗੱਲ 'ਤੇ। ਮੰਮੀ ਮੇਰੀ ਬਹੁਤ ਪੁੱਛ-ਗਿੱਛ ਕਰਦੀ ਸੀ ਦੋਨਾਂ ਦੀ। ਅਤੇ ਜਦੋਂ ਮੰਮਾ ਦੀ ਡੈਥ ਹੋ ਗਈ, ਉਸ ਤੋਂ ਬਾਅਦ ਸਾਨੂੰ ਕੋਈ ਪੁੱਛ-ਗਿੱਛ ਕਰਨ ਵਾਲਾ ਨਹੀਂ ਸੀ। ਮੇਰੇ ਪਾਪਾ ਗੌਰਮੈਂਟ ਇੰਪਲੋਇਰ ਸੀ, ਜੋ ਉਹ ਡਿਊਟੀ ਦੇ ਟਾਈਮ ਜ਼ਿਆਦਾ ਟਾਈਮ ਉਹ ਡਿਊਟੀ 'ਚ ਹੀ ਸਪੈਂਡ ਕਰਦੇ ਸੀ, ਆਉਣ ਜਾਣ 'ਚ ਨਿਕਲ ਜਾਂਦਾ ਸੀ। ਅਤੇ ਇਸ ਟਾਈਮ ਜਦੋਂ ਉਹਨਾਂ ਦੀ ਡੈਥ ਹੋ ਗਈ, ਉਸ ਤੋਂ ਬਾਅਦ ਅਸੀਂ ਸੰਸਾਰ ਵਿੱਚ ਵੱਧਦੇ ਗਏ, ਦੁਨੀਆਦਾਰੀ 'ਚ ਵੱਧਦੇ ਗਏ। ਟਾਈਮ ਨਿਕਲਦਾ ਗਿਆ, ਮੈਂ ਵੱਧਦਾ ਗਿਆ। ਜਦੋਂ ਮੈਂ 7th ਕਲਾਸ 'ਚ ਹੋਇਆ, ਮੇਰਾ ਬਿਲਕੁਲ ਵੀ ਪੜ੍ਹਾਈ 'ਚ ਇੰਟਰਸਟ ਨਹੀਂ ਸੀਗਾ। ਮੈਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਯਾਰਾਂ ਦੋਸਤਾਂ ਨਾਲ, ਆਪਣੇ ਪਿੰਡ ਦੇ ਯਾਰਾਂ ਦੋਸਤਾਂ ਨਾਲ ਹੀ ਘੁੰਮਦਾ ਰਹਿੰਦਾ ਸੀ। ਜਿੱਦਾਂ ਉਹਨਾਂ ਨੇ ਕਹਿਣਾ ਉਸੇ ਤਰ੍ਹਾਂ ਹੀ ਕਰ ਲੈਣਾ। ਅਤੇ ਉਸ ਤੋਂ ਬਾਅਦ ਜਦੋਂ ਮੈਂ 8th ਕਲਾਸ 'ਚ ਸੀ, ਇੱਕ ਦਿਨ ਐਸਾ ਆਇਆ ਕਿ ਮੇਰੇ ਬੈਗ 'ਚੋਂ ਅਸ਼ਲੀਲ ਵੀਡੀਓ, ਬਲਿਊ ਫਿਲਮ ਸਕੂਲ ਵਿੱਚ ਨਿਕਲਦੀ ਹੈ। ਮੈਂ ਛੋਟਾ ਸੀ, ਮੈਂ ਕਦੀ ਵੀ ਇਸ ਚੀਜ਼ ਨੂੰ ਕਦੀ ਸੀਰੀਅਸਲੀ ਲਿਆ ਨਹੀਂ, ਕਦੀ ਜ਼ਿਆਦਾ ਇਹਦੇ ਬਾਰੇ ਡੀਪ ਨਹੀਂ ਗਿਆ, ਕਦੀ ਇਹਨੂੰ ਜ਼ਿਆਦਾ ਭਿਆਨਕ ਸਮਝ ਕੇ ਸੋਚਿਆ ਨਹੀਂ। ਅਤੇ ਇਹ CD ਨੂੰ ਕੋਈ ਮੇਰੇ ਘਰ ਕਾਪੀਰਾਈਟ ਕਰਾਉਣ ਲਈ ਆਉਂਦਾ, ਅਤੇ ਬਸ ਇੱਥੋਂ ਤੱਕ ਸੀਮਤ ਹੁੰਦਾ। ਅਤੇ ਉਸ ਤੋਂ ਬਾਅਦ ਇਹ ਉੱਦਾਂ ਹੀ ਪਈ ਰਹਿ ਜਾਂਦੀ ਕਿਤੇ, ਅਤੇ ਮੈਂ ਇਹਨੂੰ ਸਿੱਟਣ ਦੀ ਬਜਾਏ, ਮੇਰੀ ਗਲਤੀ ਇਹੀ ਹੈ ਕਿ ਇਹਨੂੰ ਮੈਂ ਸਿੱਟਣ ਦੀ ਬਜਾਏ ਸਕੂਲ ਲੈ ਜਾਂਦਾ ਕਿਉਂਕਿ ਫਰੈਂਡ ਦੇਖਦੇ ਹੁੰਦੇ ਸੀ, ਤਾਂ ਰੈਂਟ 'ਤੇ ਲੈ ਕੇ ਦੇਖਦੇ ਹੁੰਦੇ ਸੀ। ਅਤੇ ਮੈਂ ਇਹਨੂੰ ਬਿਨਾਂ ਸੋਚੇ ਸਮਝੇ ਮੈਂ ਉਹ ਬੈਗ 'ਚ ਪਾਈ ਹੋਈ ਉੱਦਾਂ ਹੀ ਸਕੂਲ ਤਾਂ ਵੜਨਾ ਹੀ ਨਹੀਂ, ਬਸ ਬਾਹਰ ਹੀ ਘੁੰਮਦੇ ਰਹਿਣਾ। ਬੈਗ ਇੱਦਾਂ ਹੀ ਆਉਂਦਾ ਜਾਂਦਾ ਰਿਹਾ, ਇੱਦਾਂ ਹੀ ਭੁੱਲ ਗਿਆ। ਇੱਕ ਦਿਨ ਉਹੀ ਬੁੱਕ 'ਚੋਂ ਉਹ ਬੁੱਕ ਕਿਸੇ ਦਿਨ ਇੱਕਦਮ ਹੀ ਮੈਡਮ ਦੇ ਹੱਥ ਲੱਗ ਗਈ, ਅਤੇ ਉਹ ਸਾਰਾ ਹੀ ਜਿਹੜੀ ਚੀਜ਼ ਮੈਂ ਕਦੀ ਦੇਖੀ ਨਹੀਂ, ਕਦੀ ਕੁਛ ਨਹੀਂ, ਮੈਨੂੰ ਜਾਣਦਾ ਨਹੀਂ, ਬਸ ਮੇਰੇ ਇੰਨੀ ਗਲਤੀ ਆ ਕਿ ਮੇਰੇ ਉਹ ਕੋਈ ਕਾਪੀਰਾਈਟ ਕਰਾਉਣ ਆਇਆ, ਉੱਥੇ ਹੀ ਪਈ ਰਹਿ ਗਈ ਹੈ। ਅਤੇ ਉਹਨੂੰ ਮੈਂ ਚੱਕ ਕੇ ਸਿੱਟਣ ਦੀ ਬਜਾਏ ਉਹਨੂੰ ਮੈਂ ਸਕੂਲ ਲੈ ਗਿਆ। ਬਸ ਮੇਰੀ ਇਹ ਗਲਤੀ ਆ। ਅਤੇ ਉਸ ਤੋਂ ਬਾਅਦ ਉਹ ਦਿਨ ਮੇਰਾ ਐਸਾ ਬੁਰਾ ਦਿਨ ਸੀ, ਉਸ ਚੀਜ਼ ਨੇ ਮੈਨੂੰ ਇਸ ਚੀਜ਼ ਤੋਂ ਨਫ਼ਰਤ ਵੀ ਬਹੁਤ ਜ਼ਿਆਦਾ ਪੈਦਾ ਕਰਤੀ, ਕਿਉਂਕਿ ਮੈਂ ਛੋਟਾ ਸੀ। ਇੱਕਦਮ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਸਾਰੇ ਟੀਚਰ ਮੈਨੂੰ ਬਹੁਤ ਪੁੱਛਦੇ-ਗਿੱਛਦੇ ਸੀ, ਤੂੰ ਇੱਦਾਂ ਇੱਦਾਂ ਬਹੁਤ ਗੱਲਾਂ ਬਾਤਾਂ ਹੋਈਆਂ, ਬਹੁਤ ਬਦਨਾਮੀ ਹੋਈ, ਬਹੁਤ ਕੁਛ ਹੋਇਆ। ਪਰ ਮੇਰਾ ਖੁਦਾ ਜਾਣਦਾ ਕਿ ਮੈਂ ਕਦੀ ਵੀ ਇੱਕ ਵਾਰੀ ਵੀ ਨਹੀਂ ਇੱਦਾਂ ਦੀ ਉਸ ਨੂੰ ਦੇਖਿਆ ਸੀ ਜਾਂ ਕੁਛ ਵੀ ਨਹੀਂ ਸੀ। ਕੋਈ ਬੋਏ ਆਇਆ ਸੀ, ਬ੍ਰਦਰ ਦਾ ਫਰੈਂਡ ਸੀ, ਉਹ ਲੈ ਕੇ ਆਇਆ ਸੀ ਉਹਦੀ ਕਾਪੀਰਾਈਟ ਕਰਾਉਣ, ਬਸ ਇੰਨਾ ਸੀ, ਹੋਰ ਕੁਛ ਨਹੀਂ ਸੀ। ਨਾ ਬ੍ਰਦਰ ਹੀ ਇੱਦਾਂ ਦੇ ਸੀ, ਨਾ ਹੀ ਮੈਂ ਹੀ। ਪਰਮੇਸ਼ਵਰ ਦੇ ਡਰ ਦੇ
ਅੰਡਰ 'ਚ ਹੋ ਕੇ ਗੱਲ ਕਰ ਰਿਹਾ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਸਕੂਲ ਤੋਂ ਕੱਢ ਦਿੱਤਾ। ਉਹ ਕਹਿੰਦੇ ਸੀ ਪੇਰੈਂਟਸ ਨੂੰ ਲੈ ਕੇ ਆ, ਅਤੇ ਮੈਂ ਡਰਦਾ ਬਿਲਕੁਲ ਵੀ ਕਿਸੇ ਨੂੰ ਸਕੂਲ ਨਹੀਂ ਲੈ ਕੇ ਜਾਣਾ ਚਾਹੁੰਦਾ ਸੀ। ਮੈਨੂੰ ਬਹੁਤ ਜ਼ਿਆਦਾ ਅੰਦਰੋਂ ਮਤਲਬ ਗਿਲਟੀ ਫੀਲ ਹੁੰਦੀ ਸੀ ਵੀ। ਫਿਰ ਮੈਂ ਸਕੂਲੋਂ ਹਟ ਗਿਆ। ਮੈਂ ਕਿਹਾ ਮੈਂ ਪੜ੍ਹਨਾ ਹੀ ਨਹੀਂ ਆ, ਅਤੇ ਮੈਂ 8th ਕਲਾਸ 'ਚੋਂ ਹਟ ਗਿਆ। ਫਿਰ ਮੈਂ 2-3 ਸਾਲ ਇੱਦਾਂ ਹੀ ਕਦੀ ਬਿਜਲੀ ਦਾ ਕੰਮ ਸਿੱਖ ਲਿਆ, ਕਦੀ ਕੁਛ ਕਰ ਲਿਆ। ਪਰ ਫਿਰ ਵੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੈਨੂੰ ਇੰਗਲਿਸ਼ ਪੜ੍ਹਨ ਦਾ ਬਹੁਤ ਸ਼ੌਂਕ ਸੀ। ਇੰਗਲਿਸ਼ ਸਪੀਕਿੰਗ ਬੁੱਕ ਆਉਂਦੀ ਨਾ, ਅਤੇ ਉਹ ਸਿੱਖਣੀ ਦਾ ਸ਼ੌਂਕ ਸੀ। ਫਿਰ ਇੱਦਾਂ ਹੀ ਟਾਈਮ ਘੱਟੋ ਘੱਟ 2008 ਤੋਂ ਲੈ ਕੇ 2010 ਤੱਕ ਮੈਂ ਇੱਦਾਂ ਹੀ ਫਰੀ ਰਿਹਾ। ਬਸ ਕੰਮ ਕੁੰਮ ਥੋੜ੍ਹਾ ਬਹੁਤਾ ਸਿੱਖ ਲਿਆ ਕੁਛ, ਫਿਰ ਹਟ ਗਿਆ। ਫਿਰ ਕਦੀ ਕਿਤੇ ਲੱਗ ਗਿਆ 3 ਸਾਲ ਵੀ। ਅਤੇ ਪਰ ਮੈਂ ਉੱਦਾਂ ਕੰਮ ਤੋਂ ਘਰ ਆ ਕੇ ਵੀ ਮੈਂ ਥੋੜ੍ਹਾ ਬਹੁਤਾ ਪੜ੍ਹਦਾ ਹੁੰਦਾ ਸੀ। ਅਤੇ ਪਾਪਾ ਨੇ ਇੱਕ ਵਾਰੀ ਦੇਖਿਆ, ਪਤਾ ਨਹੀਂ ਪਰਮੇਸ਼ਵਰ ਨੇ ਉਹਨਾਂ ਦੇ ਮਨ 'ਚ ਪਾਇਆ, ਪਰਮੇਸ਼ਵਰ ਦਾ ਧੰਨਵਾਦ ਕਰਦਾ। ਉਹਨਾਂ ਨੇ ਦੇਖਿਆ ਕਿ ਇਹਨੂੰ ਪੜ੍ਹਨ ਦਾ ਸ਼ੌਂਕ ਆ। ਉਹਨਾਂ ਨੇ ਫਿਰ ਮੈਨੂੰ ਪੁੱਛਿਆ ਅਤੇ ਕਹਿੰਦੇ ਤੂੰ ਲੱਗਣਾ ਪੜ੍ਹਨਾ? ਮੈਂ ਕਿਹਾ ਹਾਂਜੀ ਮੈਂ ਪੜ੍ਹਨਾ। ਅਤੇ ਫਿਰ ਮੈਂ ਦੁਬਾਰਾ 10th ਕੀਤੀ ਸ਼ਿਵਾਲਿਕ ਸਕੂਲ ਗੜੇ ਤੋਂ, ਅਤੇ ਉੱਥੇ ਫਿਰ ਮੈਂ ਪਾਸ ਹੋਇਆ। ਅਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਉਸ ਲਈ ਵੀ। ਅਤੇ ਫਿਰ ਮੇਰੇ ਇੱਦਾਂ ਜਰਨੀ ਚੱਲਦੀ ਗਈ। 10th 'ਚ ਸੀ ਜਦੋਂ ਮੈਂ, ਉਦੋਂ ਵੀ ਮੈਂ ਫਿਰ ਮੇਰਾ ਏਮ ਸੀ ਕਿ ਮੈਂ 10th ਪਾਸ ਕਰਨੀ ਹੀ ਕਰਨੀ ਹੈ। ਅਤੇ ਮੈਂ ਕਾਫੀ ਮਿਹਨਤ ਕੀਤੀ, ਅਤੇ ਫਿਰ ਮੈਨੂੰ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਫਿਰ ਮੈਂ 10th ਪਾਸ ਕਰ ਗਿਆ। ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਫਿਰ ਮੈਂ ਉਸੇ 11th ਕਲਾਸ 'ਚ ਦੁਬਾਰਾ ਮੈਂ ਉਸੇ ਸਕੂਲ ਗਿਆ ਜਿੱਥੇ ਮੈਂ 8th ਕਲਾਸ 'ਚ ਜਿੱਥੋਂ ਮੈਂ ਹਟ ਗਿਆ ਸੀ, ਜਿੱਥੋਂ ਮੈਨੂੰ ਕੱਢ ਦਿੱਤਾ ਸੀ। ਅਤੇ ਉਦੋਂ ਮੈਂ ਗਿਟਾਰ ਪਲੇਅ ਕਰਨ ਲੱਗ ਪਿਆ ਸੀ। ਉਦੋਂ ਮੈਨੂੰ ਗਿਟਾਰ ਵਜਾਉਣ ਦਾ ਸ਼ੌਂਕ ਸੀ। ਅਤੇ ਫਿਰ ਪਰਮੇਸ਼ਵਰ ਨੇ ਮੈਨੂੰ ਉਸ ਜਗ੍ਹਾ 'ਤੇ ਉੱਚਾ ਕੀਤਾ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ। ਮੈਂ 11ਵੀਂ ਅਤੇ 12ਵੀਂ ਉਸ ਜਗ੍ਹਾ 'ਤੇ ਕੀਤੀ। ਅਤੇ ਉੱਥੇ ਕੋਈ ਟੀਚਰ ਸੀਗੇ ਪੁਰਾਣੇ ਜੋ ਮੈਨੂੰ ਜਾਣਦੇ ਸੀ, ਬਟ ਕਿਸੇ ਨੇ ਵੀ ਇਸ ਟੋਪਿਕ 'ਤੇ ਕਦੀ ਗੱਲ ਨਹੀਂ ਕੀਤੀ। ਅਤੇ ਉਸ ਤੋਂ ਬਾਅਦ ਅਸੀਂ ਸਕੂਲ ਵੀ ਮੈਂ ਗਿਟਾਰ ਵਜਾਉਂਦਾ ਹੁੰਦਾ ਸੀ। ਕਈ ਗੀਤਾਂ 'ਤੇ ਜੋ ਸੱਭਿਆਚਾਰਕ ਗੀਤ ਸੀ ਜਾਂ ਕੋਈ ਮੈਸੇਜ ਵਾਲੇ ਗੀਤ ਸੀ ਅੱਛੇ, ਉਹਨਾਂ 'ਤੇ। 12ਵੀਂ ਕਰਨ ਤੋਂ ਬਾਅਦ ਵੀ ਮੈਂ ਪਰਮੇਸ਼ਵਰ ਨੂੰ ਜਾਣਦਾ ਨਹੀਂ ਸੀ। ਮੈਂ ਕ੍ਰਿਸਚਨਿਟੀ ਨੂੰ ਬਸ ਜੋ ਸਿਰਫ ਇੱਕ ਧਰਮ ਮੰਨਦਾ ਹੁੰਦਾ ਸੀ, ਜਿੱਦਾਂ ਬਾਕੀ ਧਰਮ ਆ। ਮੈਂ ਇਹਨੂੰ ਨਹੀਂ ਸੀ ਜਾਣਦਾ ਕਿ ਇਹ ਸੱਚਮੁੱਚ ਪਰਮੇਸ਼ਵਰ ਜੀਵਿਤ ਆ ਅਤੇ ਪਰਮੇਸ਼ਵਰ ਸੱਚਾ ਆ, ਅਤੇ ਪਰਮੇਸ਼ਵਰ ਨੇ ਸਾਡੇ 'ਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਮੈਂ ਇਸ ਚੀਜ਼ ਨੂੰ ਨਹੀਂ ਸੀ ਮਹਿਸੂਸ ਕੀਤਾ ਜਾਂ ਫੀਲ ਕੀਤਾ, ਜਾਂ ਇਸ ਚੀਜ਼ ਨੂੰ ਨਹੀਂ ਮੈਂ ਚੱਖ ਕੇ ਦੇਖਿਆ ਸੀ। ਮੈਂ ਦੁਨੀਆਦਾਰੀ 'ਚ ਸੀ, ਗਿਟਾਰ ਵਜਾਉਂਦਾ ਸੀ, ਦੁਨੀਆਦਾਰੀ ਦੇ ਗੀਤ ਗਾਉਂਦਾ ਸੀ ਮੈਂ। ਪਰ ਮੈਨੂੰ ਉਸ ਟਾਈਮ ਪਤਾ ਨਹੀਂ ਸੀ ਪਰਮੇਸ਼ਵਰ ਦੀ ਕੀ ਯੋਜਨਾ ਸੀ ਜੋ ਮੇਰੀ ਪਾਸਟ ਲਾਈਫ 'ਚ ਗੁਜ਼ਰਿਆ ਸੀ। ਅਤੇ ਮੈਂ ਕਈ ਵਾਰੀ ਮੈਂ 1-2 ਕੁੜੀਆਂ ਨਾਲ ਵੀ ਫੋਨ 'ਤੇ ਗੱਲਬਾਤ ਕਰ ਲੈਂਦਾ ਹੁੰਦਾ ਸੀ, ਜੋ ਮੈਨੂੰ ਪਸੰਦ ਕਰਦੀਆਂ ਸੀ ਮੇਰੀ ਸਿੰਗਿੰਗ ਨੂੰ ਜਾਂ ਕਿਸੇ ਤਰ੍ਹਾਂ ਵੀ। ਪਰ ਮੈਂ ਪਰਮੇਸ਼ਵਰ ਨੂੰ ਨਹੀਂ ਜਾਣਦਾ ਸੀ ਉਸ ਟਾਈਮ ਵੀ। ਮੇਰੀ ਲਾਈਫ 'ਚ ਕੁੜੀਆਂ ਆਈਆਂ, ਪਰ ਮੈਂ ਕਦੀ ਵੀ ਉਹਨਾਂ ਨਾਲ ਕੁਛ ਵੀ ਗਲਤ ਸੋਚ ਕੇ ਨਹੀਂ ਕਦੀ ਉਹਨਾਂ ਨਾਲ ਦੋਸਤੀ ਲਾਈ ਸੀ, ਕਿਉਂਕਿ ਮੈਨੂੰ ਆਲਰੇਡੀ ਬਹੁਤ ਜ਼ਿਆਦਾ ਮੈਂ ਇਸ ਚੀਜ਼ ਤੋਂ ਨਫ਼ਰਤ ਕਰਨ ਲੱਗ ਪਿਆ ਸੀ। ਮੈਂ ਪਰਮੇਸ਼ਵਰ ਦੇ 10 ਹੁਕਮਾਂ ਨੂੰ ਜਾਣਦਾ ਸੀ। ਜਦੋਂ ਵੀ ਕੁਛ ਇੱਦਾਂ ਦਾ ਗਲਤ ਮਨ 'ਚ ਆਉਂਦਾ ਸੀ ਤਾਂ ਉਹ ਹੁਕਮ ਮੇਰੇ ਹਮੇਸ਼ਾ ਮਾਇੰਡ 'ਚ ਆਉਂਦੇ ਹੁੰਦੇ ਸੀ। ਮੈਂ ਇੱਕ ਹੋਰ ਚੀਜ਼ ਐਡ ਦੱਸਣੀ ਚਾਹੂੰਗਾ। ਜਦੋਂ ਮੈਂ 10th ਕੀਤੀ, ਮੈਂ ਪਰਮੇਸ਼ਵਰ ਤੋਂ ਫਾਸਟ ਰੱਖ ਕੇ ਪ੍ਰੇਅਰ ਕਰਦਾ ਹੁੰਦਾ ਸੀ। ਮੈਂ ਕਹਿੰਦਾ ਹੁੰਦਾ ਪਰਮੇਸ਼ਵਰ ਮੇਰੀ 10th ਪਾਸ ਕਰਾ ਦੇ, ਮੈਂ ਤੁਹਾਡੀ ਚਰਚ 'ਚ ਅਗਵਾਈ ਦਊਂਗਾ। ਕਿ ਉਸ ਤੋਂ ਬਾਅਦ ਜਦੋਂ 10th ਪਾਸ ਕਰ ਗਿਆ, ਮੈਂ ਫੇਰ ਸੰਗ ਜਾਂਦਾ ਸੀ, ਸ਼ਰਮਾ ਜਾਂਦਾ ਸੀ। ਮੈਂ ਖੜ੍ਹਾ ਹੋ ਕੇ ਗਵਾਹੀ ਦੇਣਾ ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਸੀ। ਟੈਸਟਮਨੀ ਦੇਣਾ ਔਖਾ ਲੱਗਦਾ ਸੀ। ਫਿਰ ਮੈਂ ਇੱਦਾਂ ਹੀ ਫਿਰ ਮੈਂ 11th ਪਾਸ ਕਰ ਗਿਆ। ਉਦੋਂ ਵੀ ਮੈਂ ਪਰਮੇਸ਼ਵਰ ਨੂੰ ਕਿਹਾ। ਉਸ ਤੋਂ ਬਾਅਦ ਫਿਰ ਨਹੀਂ ਮੈਂ ਟੈਸਟਮਨੀ ਦਿੱਤੀ। 12th ਕਰ ਗਿਆ, ਉਦੋਂ ਵੀ ਇੱਦਾਂ ਹੀ ਟਾਈਮ ਲੰਘ ਗਿਆ। ਮੈਂ ਜੋ ਕਹਿੰਦਾ ਸੀ ਉਹ ਪੂਰਾ ਨਹੀਂ ਕਰਦਾ ਸੀ। ਫਿਰ ਮੈਂ ਜਦੋਂ 12th ਪਾਸ ਕਰਨ ਤੋਂ ਬਾਅਦ ਮੈਂ ਦੁਨੀਆਦਾਰੀ 'ਚ ਬਹੁਤ ਖੁੱਭ ਗਿਆ ਸੀ। ਸਿੰਗਿੰਗ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ। ਦੁਨੀਆਦਾਰੀ ਦੇ ਸਿੰਗਿੰਗਸ ਦਾ, ਬੋਲੀਵੁੱਡ ਸੌਂਗਸ ਨੂੰ ਮੈਂ ਬਹੁਤ ਜ਼ਿਆਦਾ ਸੁਣਦਾ ਹੁੰਦਾ ਸੀ। ਰੋਮੈਂਟਿਕ ਸੌਂਗਸ ਨੂੰ ਬਹੁਤ ਜ਼ਿਆਦਾ ਸੁਣਦਾ ਸੀ। ਮੈਂ ਇਕੱਲਾ ਰਹਿਣ ਦਾ ਕਰਕੇ ਮੈਂ ਮਤਲਬ
ਥੋੜ੍ਹਾ ਉਹਨਾਂ ਚੀਜ਼ਾਂ ਨੂੰ ਬਹੁਤ ਡੀਪਲੀ ਲੈ ਜਾਂਦਾ ਹੁੰਦਾ ਸੀ। ਜੋ ਸੁਣਦਾ ਹੁੰਦਾ ਸੀ ਉਹੋ ਜਿਹਾ ਮਾਹੌਲ ਫੀਲ ਕਰਦਾ ਹੁੰਦਾ ਸੀ, ਬਟ ਜਦ ਕਿ ਰੀਅਲਟੀ 'ਚ ਇੱਦਾਂ ਦਾ ਕੁਛ ਵੀ ਨਹੀਂ ਹੁੰਦਾ ਸੀ। ਟਾਈਮ ਵੀ ਪਰਮੇਸ਼ਵਰ ਦੀ ਅੱਖ, ਪਰਮੇਸ਼ਵਰ ਦੀ ਕਿਰਪਾ ਮੇਰੇ 'ਤੇ ਸੀ। ਮੈਂ ਪਰਮੇਸ਼ਵਰ ਤੋਂ ਦੂਰ ਸੀ, ਪਰਮੇਸ਼ਵਰ ਨੂੰ ਪਹਿਚਾਣਦਾ ਨਹੀਂ ਸੀ ਆਪਣੀਆਂ ਅੱਖਾਂ ਹੋਣ ਦੇ ਬਾਵਜੂਦ ਵੀ। ਪਰਮੇਸ਼ਵਰ ਨੂੰ ਮੈਂ ਇੰਪੋਰਟੈਂਸ ਨਹੀਂ ਦਿੰਦਾ ਸੀ, ਬਾਈਬਲ ਨੂੰ ਬਹੁਤ ਘੱਟ ਪੜ੍ਹਦਾ ਸੀ, ਚਰਚ ਸਿਰਫ ਮੈਂ ਘਰਦਿਆਂ ਨੂੰ ਖੁਸ਼ ਕਰਨ ਦਾ ਕਰਕੇ ਜਾਂਦਾ ਸੀ। ਪਰ ਧੰਨਵਾਦ ਆ ਉਸ ਪਰਮੇਸ਼ਵਰ ਦਾ ਜਿਸ ਦੀ ਕਿਰਪਾ ਮਹਾਨ ਸੀ, ਜਿਸ ਨੇ ਮਾਂ ਦੇ ਗਰਭ ਤੋਂ ਹੀ ਮੈਨੂੰ ਚੁਣਿਆ ਹੋਇਆ ਸੀ। 12th ਕਰਨ ਤੋਂ ਬਾਅਦ ਅਸੀਂ ਕਈ ਤਰ੍ਹਾਂ ਦੇ ਰਿਐਲਿਟੀ ਸ਼ੋਜ਼ 'ਚ ਆਪਣੇ ਸਕਸੈਸ ਹੋਣ ਦੇ ਕਰਕੇ, ਆਪਣੇ ਕਰੀਅਰ ਦਾ ਕਰਕੇ ਅਸੀਂ ਪਰਫੋਰਮ ਕਰਦੇ ਸੀ। ਮੈਂ ਸੀ, ਮੇਰਾ ਫਰੈਂਡ ਹੁੰਦਾ ਸੀ ਗਿਲਦੀਪ ਹੁੰਦਾ ਸੀ, ਸਾਡੇ ਪਿੰਡ ਦੇ ਨਾਲ ਦਾ ਪਿੰਡ ਹੁੰਦਾ ਸੀ ਉਹਨਾਂ ਦਾ। ਅਤੇ ਮਤਲਬ ਇੱਦਾਂ ਫਿਊਚਰ ਕਰਕੇ ਹੀ ਮਤਲਬ ਬਸ ਇੱਧਰ ਨੂੰ ਹੀ ਭੱਜਣਾ, ਦੁਨੀਆਦਾਰੀ ਦੇ ਕੰਮਾਂ ਲਈ ਬੜੀ ਐਨਰਜੀ ਦਿਖਾਉਣੀ। ਪਰਮੇਸ਼ਵਰ ਬਾਰੇ ਸਾਨੂੰ ਕੁਛ ਵੀ ਨਹੀਂ, ਇੱਕ ਗੀਤ ਵੀ ਮੈਨੂੰ ਗਿਟਾਰ 'ਤੇ ਗਾਉਣਾ ਨਹੀਂ ਆਉਂਦਾ ਸੀ ਪਰਮੇਸ਼ਵਰ ਦਾ। ਦੁਨੀਆਦਾਰੀ ਦੇ ਸਾਰੇ ਕੰਮ ਮੈਨੂੰ ਮਤਲਬ ਹਰ ਇੱਕ ਗੀਤ ਮੈਂ ਗਾ ਲੈਂਦਾ ਸੀ ਬੜਾ ਖੁਸ਼ ਹੋ ਕੇ। ਜਦੋਂ ਪਰਮੇਸ਼ਵਰ ਦਾ ਕੋਈ ਵੀ ਗੀਤ, ਪਰਮੇਸ਼ਵਰ ਵੱਲ ਮਨ ਨਹੀਂ ਸੀ ਮੇਰਾ ਉਸ ਟਾਈਮ ਵੀ। ਫਿਰ ਮੈਂ ਇਸ ਚੀਜ਼ ਦੁਨੀਆਦਾਰੀ ਦੇ ਗੀਤਾਂ ਲਈ ਬਹੁਤ ਜ਼ਿਆਦਾ ਸੀਰੀਅਸ ਸੀ। ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਸੀ। ਫਿਰ 2013 ਦੇ ਆਸ-ਪਾਸ ਮੈਨੂੰ ਇਹਦੇ ਵਿੱਚ ਬਹੁਤ ਲੋਸ ਹੋਇਆ ਇੱਕ ਸੌਂਗ 'ਚ। ਉਸ ਟਾਈਮ ਮੈਂ ਛੋਟੀ ਏਜ ਸੀ, ਕਮ ਸੇ ਕਮ 18-20 ਸਾਲ ਦੇ ਵਿੱਚ ਮੈਂ 50-60 ਹਜ਼ਾਰ ਇੱਦਾਂ ਪੈਸੇ ਖਰਚਦਾ ਸੌਂਗਸ ਦੇ ਉੱਤੇ। ਅਤੇ ਛੋਟਾ ਸੀ, ਪੂਰੀ ਨੌਲੇਜ ਨਹੀਂ ਸੀ, ਵੱਡੇ ਲੋਕ ਇਹਦਾ ਫਾਇਦਾ ਲੈ ਲੈਂਦੇ ਸੀ ਅਤੇ ਉਹ ਇੰਨੇ ਪੈਸਿਆਂ 'ਚ ਮੈਨੂੰ 1 ਰੁਪਏ ਦਾ ਫਾਇਦਾ ਨਹੀਂ ਹੁੰਦਾ ਸੀ। ਅਤੇ ਬਾਅਦ 'ਚ ਮੈਂ ਇੰਨਾ ਡਿਪਰੈਸ਼ਨ 'ਚ ਚਲਾ ਗਿਆ। ਉਹ ਸਾਰੇ ਪੈਸੇ ਮੈਂ ਮੰਗ ਕੇ ਲੋਕਾਂ ਤੋਂ ਆਪਣੇ ਕੈਰੀਅਰ ਨੂੰ ਸੈੱਟ ਕਰਨ ਦਾ ਕਰਕੇ ਲਾਉਣੇ, ਅਤੇ ਜਦ ਕਿ ਉਹਦਾ ਕੋਈ ਬੈਨੀਫਿਟ ਨਹੀਂ ਸੀ। ਮੇਰੀ ਫੈਮਿਲੀ ਸਪੋਰਟ ਨਹੀਂ ਕਰਦੀ ਸੀ ਮੈਨੂੰ, ਅਤੇ ਮੈਂ ਆਪਣੀ ਜ਼ੋਰ ਜ਼ਬਰਦਸਤੀ ਨਾਲ ਲੱਗਾ ਪਿਆ ਸੀ। ਅਤੇ ਇਸ ਲਈ ਉਸ ਚੀਜ਼ ਨੇ ਵੀ ਮੈਨੂੰ ਬਹੁਤ ਜ਼ਿਆਦਾ ਬਾਅਦ 'ਚ ਨਿਰਾਸ਼ ਕੀਤਾ। ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਆਪਣੇ ਆਪ ਤੋਂ। ਉਸ ਟਾਈਮ ਫਿਰ ਮੇਰੇ ਜਿੰਨੇ ਫਰੈਂਡ ਹੁੰਦੇ ਸੀ ਨਾਲ, ਉਹ ਸਾਰੇ ਦੂਰ ਮੇਰੇ ਤੋਂ ਹਟ ਗਏ। ਕੋਈ ਵੀ ਮੇਰੀ ਕੰਪਨੀ ਨੂੰ ਮਤਲਬ ਮੈਨੂੰ ਕਿਸੇ 'ਚ ਬੈਠ ਕੇ ਅੱਛਾ ਨਹੀਂ ਫੀਲ ਹੁੰਦਾ ਸੀ, ਤਾਂ ਮੈਂ ਇਕੱਲਾ ਰਹਿਣਾ ਬਹੁਤ ਜ਼ਿਆਦਾ ਸਟਾਰਟ ਕਰ ਦਿੱਤਾ। ਫਿਰ ਮੈਂ ਇੱਕ ਵਾਰ ਫਿਰ ਹੁਣ ਜ਼ਿੰਦਗੀ 'ਚ ਨਿਰਾਸ਼ ਹੋ ਗਿਆ, ਅਤੇ ਮਿਊਜ਼ਿਕ ਤੋਂ ਇਲਾਵਾ ਮੈਨੂੰ ਕੁਛ ਵੀ ਕਰਨਾ ਔਖਾ ਲੱਗਦਾ ਹੁੰਦਾ ਸੀ। ਮੈਂ ਗ੍ਰੈਜੂਏਸ਼ਨ 'ਚ ਉਦੋਂ ਐਂਟਰ ਕਰ ਗਿਆ ਸੀ, ਮੇਰਾ ਫਸਟ ਈਅਰ ਹੋ ਗਿਆ ਸੀਗਾ, ਮੈਂ ਸੈਕਿੰਡ ਈਅਰ 'ਚ ਸੀ। ਤਾਂ ਮੈਂ ਸੋਚਦਾ ਸੀ ਮੈਂ ਸਟੱਡੀ ਵੀ ਇਹਦੇ ਵਿੱਚ ਕਰ ਲਈ ਆ, ਅਤੇ ਕ੍ਰਿਸਚੈਨਿਟੀ ਇਹ ਸੌਂਗਸ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੀ ਹੈਗੀ। ਕਹਿੰਦੇ ਪਰਮੇਸ਼ਵਰ ਦੇ ਗੀਤ ਗਾਓ ਅਤੇ ਇੱਦਾਂ। ਅਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਸੀਗਾ, ਮੈਨੂੰ ਪਰਮੇਸ਼ਵਰ ਦੇ ਗੀਤਾਂ ਬਾਰੇ, ਪਰਮੇਸ਼ਵਰ ਦੇ ਪਿਆਰ ਨਾਲ ਇੰਨਾ ਮਹਿਸੂਸ ਨਹੀਂ ਸੀ ਉਦੋਂ ਵੀ ਮੈਂ ਕੀਤਾ। ਮੈਂ ਬਪਤਿਸਮਾ ਲੈ ਲਿਆ ਸੀ, ਚਾਹੇ ਜਿੱਦਾਂ ਹੁਣ ਤਾਂ ਬਹੁਤ ਵਰਸ਼ਿਪਰ ਆ। ਯੂਟਿਊਬ ਜੀਓ ਆਉਣ ਤੋਂ ਬਾਅਦ ਇੰਟਰਨੈਟ ਦੀ ਬਹੁਤ ਜ਼ਿਆਦਾ ਸਹੂਲਤ ਆ। ਉਸ ਟਾਈਮ ਮੈਨੂੰ ਲੱਗਦਾ ਸੀ ਕਿ ਜੇ ਮੈਂ ਪ੍ਰਭੂ ਦੇ ਗੀਤ ਗਾਊਂਗਾ ਕੌਣ ਸੁਣੂਗਾ। ਜਵਾਨ ਬੱਚੇ ਤਾਂ ਮਤਲਬ ਕੋਈ ਤਾਂ ਸੁਣਦਾ ਨਹੀਂ ਆ ਪਰਮੇਸ਼ਵਰ ਦੇ, ਕੋਈ ਸਿਆਣਾ ਬਿਆਣੇ ਬਜ਼ੁਰਗ ਲੋਕ ਹੀ ਪਰਮੇਸ਼ਵਰ ਵੱਲ ਹੁੰਦੇ ਆ। ਮੇਰੀ ਇਹ ਸੋਚਣੀ ਸੀ ਵੀ ਯੂਥ ਨੇ ਕਿੱਥੇ ਸੁਣਨਾ ਆ। ਅਤੇ ਮੈਂ ਇਸ ਕਰਕੇ ਪਰ ਫਿਰ ਜਦੋਂ ਟੋਟਲੀ ਮੈਨੂੰ ਪਤਾ ਲੱਗ ਗਿਆ ਕਿ ਮਤਲਬ ਦੁਨੀਆਦਾਰੀ ਦੇ ਗੀਤ ਲਈ ਜਾਂ ਕੁਛ ਵੀ ਮਤਲਬ ਟੋਟਲੀ ਮੈਂ ਮਤਲਬ ਡਿਪਰੈਸ਼ਨ 'ਚ ਹੋ ਗਿਆ। ਮੈਂ ਹਾਰ ਗਿਆ, ਬਿਲਕੁਲ ਟੁੱਟ ਗਿਆ, ਅਤੇ ਮੇਰੇ ਤੋਂ ਕੋਈ ਆਸ ਨਹੀਂ ਸੀ। ਮੈਂ ਸਿਰਫ ਉਦੋਂ ਵੀ ਇੱਕ ਵਾਰੀ 2016 'ਚ ਘਰਦਿਆਂ ਨੂੰ ਖੁਸ਼ ਕਰਨ ਦੇ ਕਰਕੇ ਇੱਕ ਮੈਂ ਮਸੀਹੀ ਗਾਣਾ ਕੀਤਾ, ਪਰ ਉਸ ਟਾਈਮ ਵੀ ਮੈਨੂੰ ਮਤਲਬ ਲਿਰਿਕਸ ਮੈਂ ਉੱਪਰੋਂ ਮੇਰੇ ਮਨ 'ਚ ਜਿੱਦਾਂ ਆਏ ਮੈਂ ਲਿਖ ਦਿੱਤੇ, ਪਰ ਉਦੋਂ ਵੀ ਮੈਂ ਪਰਮੇਸ਼ਵਰ ਦੇ ਪਿਆਰ ਨੂੰ ਮਹਿਸੂਸ ਨਹੀਂ ਕੀਤਾ। ਪਰਮੇਸ਼ਵਰ ਦੇ ਰੀਅਲ ਲਵ ਨੂੰ, ਮੈਂ ਜੋ ਸੱਚਾ ਪਿਆਰ ਆ ਉਹਨੇ ਸਾਡੇ ਲਈ ਕੀਤਾ, ਉਦੋਂ ਵੀ ਮੈਂ ਨਹੀਂ ਸਮਝਦਾ ਸੀ ਇਸ ਚੀਜ਼ ਨੂੰ। ਸਿਰਫ ਇੱਥੋਂ ਤੱਕ ਹੀ ਸੀ ਵੀ ਈਸਾਈ ਵੀ ਇੱਕ ਧਰਮ ਆ, ਮਸੀਹਤ ਵੀ ਇੱਕ ਧਰਮ ਆ, ਇੱਥੋਂ ਤੱਕ ਹੀ ਸੀ ਕਿ ਪਰਮੇਸ਼ਵਰ ਸੱਚਾ ਪਰਮੇਸ਼ਵਰ ਆ, ਉਸ ਬਾਰੇ ਮੈਨੂੰ ਕੋਈ ਗਿਆਨ ਨਹੀਂ ਸੀ। ਮੈਂ ਘਰਦਿਆਂ ਨੂੰ ਖੁਸ਼ ਕਰਨ ਦਾ ਕਰਕੇ ਮੈਂ ਇੱਕ ਸਿੰਪਲ ਜਿਹਾ ਗਾਣਾ ਲਿਖਿਆ। ਉਦੋਂ ਵੀ ਮੈਂ ਇਹੋ ਜਿਹੀ ਸੋਚ ਰੱਖੀ ਸੀ ਕਿ ਇਹ ਕਿਹੜਾ ਚੱਲਣਾ ਆ, ਅਤੇ ਉਹ ਸੱਚੀ ਫਿਰ ਓਨਾ ਕੀ ਚੱਲਿਆ। ਜੇ ਬਾਈਬਲ ਵੀ ਕਹਿੰਦੀ ਨਾ, ਜਿਸ ਦਾ ਤੇਰਾ ਮਨ ਹੈ ਵੈਸਾ ਹੀ ਤੇਰੇ ਲਈ ਹੋ ਜਾਏਗਾ। ਫਿਰ ਮੈਂ ਇਕੱਲੇਪਨ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਗਿਆ ਸੀਗਾ। ਇਕੱਲਾਪਨ ਮੈਨੂੰ ਬਹੁਤ ਸਤਾਉਂਦਾ ਸੀ।
ਫਿਰ ਮੇਰੀ ਲੁੱਕ, ਮੇਰੀ ਕੰਡੀਸ਼ਨ, ਮੇਰੀ ਸਰੀਰਕ ਹਾਲਤ ਵੀ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਮੇਰੇ ਹੇਅਰ ਫੋਲਿੰਗ ਸਟਾਰਟ ਹੋ ਗਈ। ਸੋ ਮੇਰੇ ਵਾਲ ਵੀ ਝੜ ਗਏ ਅਤੇ ਮੈਨੂੰ ਜਿੰਮ ਦਾ ਬਹੁਤ ਸ਼ੌਂਕ ਹੁੰਦਾ ਸੀ। ਜੋ ਮੈਂ ਫਿੱਟ ਫਾਟ ਹੁੰਦਾ ਸੀ, ਮੇਰਾ ਉਹ 'ਚ ਵੀ ਇੰਟਰਸਟ ਨਹੀਂ ਰਿਹਾ। ਮੇਰਾ ਬੋਡੀ ਓਵਰਵੇਟ ਹੋ ਗਈ ਅਤੇ ਮਤਲਬ ਮੇਰੇ ਜੋ ਫਰੈਂਡ ਹੁੰਦੇ ਸੀ ਉਹਨਾਂ ਦਾ ਇੰਟਰਸਟ ਵੀ ਮੇਰੇ 'ਚ ਖ਼ਤਮ ਹੋ ਗਿਆ। ਉਹ ਕਹਿੰਦੇ ਤੂੰ ਤਾਂ ਪਤਾ ਨਹੀਂ ਕੀ ਅਜੀਬ ਆ, ਕੋਈ ਮੈਨੂੰ ਲਾਈਕ ਨਹੀਂ ਕਰਦਾ ਸੀ ਉਸ ਟਾਈਮ। ਅਤੇ ਇੱਕ ਪਾਸੇ ਫਿਰ ਜਦੋਂ ਮੈਂ ਕਾਲਜ 'ਚ ਸੀ, ਫਿਰ ਮੈਨੂੰ ਇਕੱਲਾਪਨ ਦੂਰ ਕਰਨ ਦਾ ਕਰਕੇ ਜਾਂ ਜੋ ਵੀ ਸੀ, ਮੈਂ ਸਮਝ ਨਹੀਂ ਪਾ ਰਿਹਾ ਸੀ ਉਸ ਟਾਈਮ। ਮੈਨੂੰ ਇੱਕ ਦੋ ਕੁੜੀਆਂ ਦਾ ਕ੍ਰਸ਼ ਹੋ ਗਿਆ। ਮੈਂ ਕੁੜੀਆਂ ਨਾਲ ਇੰਨਾ ਇੱਕ ਦੋ ਕੁੜੀਆਂ ਮੈਨੂੰ ਬਹੁਤ ਜ਼ਿਆਦਾ ਮੈਂ ਉਹਨਾਂ ਦਾ ਜਿੱਦਾਂ ਕਿ ਮੈਂ ਬਹੁਤ ਲਾਈਕ ਕਰਦਾ ਹੁੰਦਾ ਸੀ। ਜਿੱਦਾਂ ਮੈਂ ਆਪਣੇ ਇਕੱਲੇਪਨ ਨੂੰ ਦੂਰ ਕਰਨ ਦਾ ਕਰਕੇ ਮੈਂ ਉਹਨਾਂ ਨਾਲ ਦੋਸਤੀ ਲਾਉਣੀ ਚਾਹੁੰਦਾ ਸੀ, ਜਾਂ ਇਹ ਜੋ ਵੀ ਸ਼ੈਤਾਨ ਵੱਲੋਂ ਸੀ, ਜਾਂ ਵੀ ਰਾਤ ਨੂੰ ਉਹਨਾਂ ਨੇ ਮੇਰੇ ਸੁਪਨਿਆਂ 'ਚ ਆਉਣਾ ਅਤੇ ਦਿਨੇ ਦੇਖਣਾ ਅਤੇ ਉਹ ਮੈਨੂੰ ਡਰ ਵੀ ਲੱਗਣਾ। ਪਰਮੇਸ਼ਵਰ ਦਾ ਵਚਨ ਵੀ ਮਨ 'ਚ ਵਾਰਨਿੰਗ ਦੇਣੀ ਵੀ ਨਹੀਂ ਆ ਇੱਦਾਂ ਆ ਇੱਦਾਂ। ਅਤੇ ਮੈਂ ਉਸ ਤਰ੍ਹਾਂ ਵੀ ਬਹੁਤ ਡਿਸਅਪੋਇੰਟਡ ਰਿਹਾ, ਨਿਰਾਸ਼ ਰਿਹਾ। ਮੈਂ ਹਰ ਸਟੈਪ ਬੜਾ ਸੋਚ ਕੇ ਚੱਲਦਾ ਸੀ ਵੀ ਕੁਛ ਗਲਤ ਸਟੈਪ ਨਾ ਲੈ ਜਾਵਾਂ। ਮੈਂ ਬਹੁਤ ਵੇਟ 'ਚ ਮੈਂ ਬਿਲਕੁਲ, ਕਿਉਂਕਿ ਮੈਂ ਡਰਦਾ ਸੀ ਸ਼ੁਰੂ ਤੋਂ ਹੀ। ਤਾਂ ਮੈਨੂੰ ਡਰ ਪੈ ਗਿਆ ਸੀ ਜਦੋਂ ਮੈਂ ਛੋਟਾ ਹੀ ਹੁੰਦਾ ਸੀ। ਅਤੇ ਮੈਂ ਸਿਰਫ ਆਪਣੇ ਇਕੱਲੇਪਨ ਦੂਰ ਕਰਨ ਦਾ ਕਰਕੇ ਦੋਸਤੀ ਲਾਉਣਾ ਚਾਹੁੰਦਾ ਸੀ, ਹੋਰ ਕੁਛ ਨਹੀਂ ਮੇਰੇ ਮਨ 'ਚ ਹੁੰਦਾ ਸੀ। ਪਰ ਫਿਰ ਵੀ ਮੈਨੂੰ ਇੱਦਾਂ ਹੀ ਮੇਰਾ ਟਾਈਮ ਨਿਕਲ ਗਿਆ ਸਾਰਾ ਕਾਲਜ ਵਾਲਾ। ਮੈਂ ਨੋ ਗਰਲਫਰੈਂਡ, ਨੋ ਐਨੀਥਿੰਗ ਐਲਸ। ਅਤੇ ਫਾਈਨਲੀ ਮੇਰੀ BA ਵੀ ਨਹੀਂ ਕੰਪਲੀਟ ਹੋਈ। ਇੱਦਾਂ ਹੀ ਸਾਰਾ ਕੁਛ। ਮੈਂ ਬਹੁਤ ਨਿਰਾਸ਼ ਸੀ, ਮੇਰੇ ਮਨ 'ਚ ਬਹੁਤ ਦੁੱਖ ਸੀ ਮੈਨੂੰ ਕਿ ਇੱਦਾਂ ਕਿਉਂ। ਫਿਰ ਬਾਈਬਲ ਦੇ ਮੁਤਾਬਿਕ ਬਿਫੋਰ ਮੈਰਿਜ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣਾ ਪਾਪ ਆ। ਅਤੇ ਮੈਂ ਇਹ ਚੀਜ਼ ਨੂੰ ਕਦੀ ਵੀ ਇੱਦਾਂ ਨਹੀਂ ਸੀ ਕਦੀ ਕਿਸੇ ਨਾਲ ਫਿਜ਼ੀਕਲੀ ਨਹੀਂ ਹੋਇਆ ਸੀ। ਤਾਂ ਮੈਂ ਸੋਚਦਾ ਸੀ ਕਿ ਮੈਂ ਤਾਂ ਬਾਈਬਲ ਦੇ ਠੀਕ ਆ, ਬਾਈਬਲ ਦੇ ਮੁਤਾਬਿਕ ਚੱਲਦਾ। ਪਰ ਮੈਂ ਫਿਰ ਵੀ ਮੇਰੇ ਅੰਦਰ ਬਹੁਤ ਤਰ੍ਹਾਂ ਮੈਂ ਆਪਣੀਆਂ ਅੱਖਾਂ ਨਾਲ ਵਿਚਾਰ ਕਰਦਾ ਸੀ ਅਤੇ ਮੈਂ ਇਕੱਲਾ ਨਹੀਂ ਰਹਿ ਸਕਦਾ ਸੀ। ਮੈਂ ਆਪਣੇ ਸੈਲਫ ਸੈਕਸ ਕਰਦਾ ਸੀ ਬੋਡੀ ਨਾਲ। ਇਹੋ ਜਿਹੀਆਂ ਬਹੁਤ ਚੀਜ਼ਾਂ ਸੀ ਜਿਨ੍ਹਾਂ ਨੇ ਮੇਰੀਆਂ ਸਾਰੀਆਂ ਬਲੈਸਿੰਗਸ ਰੋਕ ਲਈਆਂ ਸੀ। ਅਤੇ ਮੈਂ ਇਹਦੇ ਵਿੱਚ ਪਰਮੇਸ਼ਵਰ ਨੂੰ ਦੋਸ਼ੀ ਠਹਿਰਾਉਂਦਾ ਸੀ, ਜਦ ਕਿ ਮੈਨੂੰ ਹੀ ਚਾਹੀਦਾ ਸੀ ਕਿ ਮੈਂ ਬਾਈਬਲ ਨੂੰ ਪੜ੍ਹਾਂ। ਮੈਂ ਬਾਈਬਲ ਸਿਰਹਾਣੇ ਰੱਖ ਕੇ ਸੌਣ ਵਾਲਾ ਹੀ ਸੀਗਾ। ਸੋ ਇਹ ਚੀਜ਼ਾਂ ਕਰਕੇ ਇੱਦਾਂ ਹੀ ਟਾਈਮ ਗੁਜ਼ਰਦਾ ਗਿਆ। ਮੈਂ 28-29 ਸਾਲ ਤੱਕ ਚਲਾ ਗਿਆ। ਕੋਈ ਮੇਰੇ ਮਨ 'ਚ ਆਸ ਨਹੀਂ, ਕੋਈ ਕੁਛ ਨਹੀਂ। ਫਿਰ ਫਾਈਨਲੀ ਇੱਕ ਸਾਲ ਆਉਂਦਾ 2021, ਮੇਰੀ ਲਾਈਫ ਬਦਲ ਜਾਂਦੀ ਇੱਕਦਮ ਹੀ। 2020 'ਚ ਥੋੜ੍ਹਾ ਮੈਨੂੰ ਚੇਂਜ ਫੀਲ ਹੋਣ ਲੱਗਦਾ। ਮੈਨੂੰ ਐਂ ਲੱਗਦਾ ਕਿ ਯਾਰ ਮੈਨੂੰ ਕੁਛ ਤਾਂ ਘੱਟੋ ਘੱਟ ਮੈਂ ਪਰਮੇਸ਼ਵਰ ਨਾਲ ਤਾਂ ਸੀਰੀਅਸ ਹੋ ਕੇ ਚੱਲ ਲਵਾਂ। ਮੈਂ ਦੋ ਪਾਸੇ ਜਿਹਾ ਚੱਲਦਾ, ਅੱਧਾ ਸੰਸਾਰ 'ਚ, ਅੱਧਾ ਦੁਨੀਆਦਾਰੀ 'ਚ। ਕਿਸੇ ਪਾਸੇ ਤਾਂ ਇਹ ਵੀ ਪਰਮੇਸ਼ਵਰ ਦੀ ਕਿਰਪਾ। ਪਰਮੇਸ਼ਵਰ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ। ਮੈਂ ਬਾਈਬਲ ਪੜ੍ਹਨੀ ਸਟਾਰਟ ਕੀਤੀ ਜਦੋਂ ਮੈਂ ਪਹਿਲਾਂ ਵੀ ਸੀ, ਜਦੋਂ ਆਪਣੇ ਕਾਲਜ ਟਾਈਮ ਵੀ ਸੀ। ਮੈਂ ਨਵਾਂ ਨੇਮ ਪੜ੍ਹਦਾ ਸੀ ਥੋੜ੍ਹਾ। ਮੈਂ ਨਵਾਂ ਨੇਮ ਕੰਪਲੀਟ ਕੀਤਾ, ਸੈਕਿੰਡ ਟਾਈਮ ਕੰਪਲੀਟ ਕੀਤਾ। ਪਰ ਹੋਲੀ ਸਪਿਰਿਟ ਨੂੰ ਮੈਂ ਨੇ ਅਨੁਭਵ ਕੀਤਾ ਸੀ। ਅੰਨ੍ਹਿਆ ਭਾਸ਼ਾ ਬੋਲ ਲੈਂਦਾ ਸੀ। ਮੈਨੂੰ ਅੰਗੀਕਾਰ ਕਰਨ ਦਾ ਬਾਅਦ 'ਚ ਪਤਾ ਲੱਗਾ। ਅੰਗੀਕਾਰ ਕਰਨਾ, ਆਪਣੇ ਮੂੰਹ ਤੋਂ ਬੋਲਣਾ, ਕੋਈ ਵੀ ਚੀਜ਼ ਨੂੰ ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ। ਆਪਣੇ ਪਾਪ 'ਤੇ ਫਤਹ ਪਾਉਣ ਲਈ ਆਪਾਂ ਨੂੰ ਮੰਗਣਾ ਚਾਹੀਦਾ। ਪਰਮੇਸ਼ਵਰ ਮੈਂ ਆਹ ਚੀਜ਼ 'ਚ ਵੀਕ ਹਾਂ, ਮੈਨੂੰ ਆਹ ਚੀਜ਼ 'ਚ ਸਟਰੋਂਗ ਕਰੋ, ਮੈਂ ਆਪਣੇ ਸਰੀਰ 'ਤੇ ਫਤਹ ਪਾਵਾਂ। ਜਦੋਂ ਇਹ ਅੰਗੀਕਾਰ ਦਾ ਮੇਰੇ ਫਰੈਂਡ ਨੇ ਮੈਨੂੰ ਇਹਦੇ ਬਾਰੇ ਦੱਸਿਆ ਥੋੜ੍ਹਾ ਖੋਲ੍ਹ ਕੇ, ਫਿਰ ਮੈਂ ਇਹਨੂੰ ਸਮਝਿਆ। ਮੈਂ ਅੰਗੀਕਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੈਂ ਇਹ ਚੀਜ਼ ਕੀਤੀ, ਅਪਣਾਈ, ਤਾਂ ਮੇਰੇ ਥੋੜ੍ਹੇ ਦਿਨਾਂ 'ਚ ਹੀ ਦਿਨ ਬਦਲ ਗਏ। ਬੇਸ਼ੱਕ ਅੱਜ ਮੈਨੂੰ ਹਾਲੇ ਵੀ ਕੋਈ ਜ਼ਿਆਦਾ ਲੋਕ ਨਹੀਂ ਜਾਣਦੇ, ਪਰ ਮੈਂ ਆਪਣੇ ਆਪ ਨੂੰ ਆਜ਼ਾਦ ਫੀਲ ਕਰਦਾ। ਮੈਂ ਬਹੁਤ ਸਾਰੇ ਗੁਪਤ ਪਾਪ ਸੀ ਜੋ ਮੇਰੀ ਲਾਈਫ 'ਚ ਉਹਨਾਂ ਤੋਂ
ਛੁਟਕਾਰਾ ਪਾਇਆ। ਪਰਮੇਸ਼ਵਰ ਦਾ ਧੰਨਵਾਦ ਕਰਦਾ। ਬਾਈਬਲ ਨਾਲ ਜੁੜਿਆ, ਬਾਈਬਲ ਰੀਡਿੰਗ 'ਚ ਜੁੜਿਆ, ਬਹੁਤ ਸਾਰੀਆਂ ਆਤਮਿਕ ਗੱਲਾਂ, ਸਰੀਰਕ ਗੱਲਾਂ ਸਿੱਖੀਆਂ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ। ਪਰਮੇਸ਼ਵਰ ਦੀ ਇਹਦੇ ਵਿੱਚ ਵੀ ਪਰਮੇਸ਼ਵਰ ਦੀ ਕੋਈ ਵੱਡੀ ਪਲੈਨਿੰਗ ਸੀ। ਹੁਣ ਪਰਮੇਸ਼ਵਰ ਮੈਨੂੰ ਹੁਣ ਸਾਰਾ ਕੁਝ ਸਮਝ ਆਉਂਦਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਮੈਨੂੰ ਬਚਾਇਆ। ਕਾਲਜ ਟਾਈਮ 'ਚ ਵੀ ਬਚਾਇਆ। ਉਸ ਟਾਈਮ ਵੀ ਮੈਂ 5 ਸਾਲ ਬਹੁਤ ਡਿਸਅਪੋਇੰਟਡ ਰਿਹਾ, ਨਿਰਾਸ਼ ਰਿਹਾ ਵੀ ਜੇ ਪਰਮੇਸ਼ਵਰ ਵੱਲੋਂ ਨਹੀਂ ਹੈ ਤਾਂ ਫਿਰ ਸੁਪਨਿਆਂ 'ਚ ਕਿਉਂ ਆ। ਹਾਂ ਵੀ ਇੱਦਾਂ ਪਰ ਹੁਣ ਮੈਂ ਸਮਝ ਜਾਂਦਾ ਸਾਰੇ। ਹੁਣ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਜੋ ਕਾਲਜ 'ਚ ਹੁੰਦੇ ਆ, ਜੋ ਗਲਤ ਰਿਲੇਸ਼ਨ 'ਚ ਆ, ਅਤੇ ਮੈਂ ਉਹਨਾਂ ਨੂੰ ਸਮਝਾ ਸਕਦਾ, ਦੱਸ ਸਕਦਾ। ਉਸ ਟਾਈਮ ਮੈਂ ਬਾਈਬਲ ਨਹੀਂ ਪੜ੍ਹਦਾ ਸੀ, ਪਰ ਹੁਣ ਬਾਈਬਲ ਪੜ੍ਹਦਾ ਤਾਂ ਮੈਨੂੰ ਸਮਝ ਆਉਂਦਾ, ਅੱਛਾ ਆਹ ਪਰਮੇਸ਼ਵਰ ਦੇ ਵਚਨਾਂ ਤੋਂ ਦੂਰ ਸੀ ਅਤੇ ਆਹ ਹਾਲ ਸੀ। ਅਤੇ ਹੁਣ ਰੋਟੀ ਖਾਣੀ ਅੱਗੇ ਪਿੱਛੇ ਕਰਦੀ, ਪਰ ਬਾਈਬਲ ਪੜ੍ਹੀ ਦੀ ਆ ਟਾਈਮ ਟੂ ਟਾਈਮ। ਉਹਨੂੰ ਚੈਪਟਰ ਵਾਈਜ਼ ਚੈਪਟਰ ਪੜ੍ਹੀ ਦੀ ਆ। ਇੱਕ ਪਾਠ ਪੜ੍ਹ ਲਿਆ, ਦੂਜਾ, ਤੀਜਾ, ਇੱਦਾਂ ਨਹੀਂ ਕਿ ਅੱਜ ਕਿਤਿਓਂ ਪੜ੍ਹ ਲਈ, ਕੱਲ੍ਹ ਕਿਤਿਓਂ। ਇੱਦਾਂ ਜਿਵੇਂ ਤੁਹਾਨੂੰ ਵੀ ਮੇਰਾ ਸਲਾਹ ਇਹੀ ਆ ਕਿ ਤੁਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਪਰਮੇਸ਼ਵਰ ਕਹਿੰਦਾ ਮੇਰੇ ਰਾਜ ਦੀ ਖੋਜ ਕਰੋ। ਧਰਤੀ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਮੰਗੋ ਅਤੇ ਤੁਹਾਨੂੰ ਦਿੱਤਾ ਜਾਏਗਾ। ਮਤਲਬ ਇਹ ਨਹੀਂ ਕਿ ਅਸੀਂ ਮੋਟਰਸਾਈਕਲ ਜਾਂ ਗੱਡੀ ਮੰਗ ਲਈਏ। ਮੰਗੋ ਮਤਲਬ ਕਿ ਸਾਡਾ ਦੁਆ ਵਾਲਾ ਜੀਵਨ ਹੋਣਾ ਚਾਹੀਦਾ। ਢੂੰਡੋ ਮਤਲਬ ਪਰਮੇਸ਼ਵਰ ਦੇ ਵਚਨਾਂ ਨੂੰ ਸਾਨੂੰ ਦਿਨ ਰਾਤ ਧਿਆਨ ਕਰਨਾ ਚਾਹੀਦਾ ਅਤੇ ਸਾਨੂੰ ਲੱਭੇਗਾ। ਪਰਮੇਸ਼ਵਰ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇਵੇਗਾ। ਖੜਕਾਓ ਅਤੇ ਤੁਹਾਡੇ ਲਈ ਖੁੱਲ੍ਹਿਆ ਜਾਵੇਗਾ। ਮਤਲਬ ਪਵਿੱਤਰ ਆਤਮਾ ਦੀ ਬੇਦਾਰੀ ਨੂੰ ਉਹਦੇ ਲਈ ਸਾਨੂੰ ਖੜਕਾਉਣਾ ਚਾਹੀਦਾ। ਪਰਮੇਸ਼ਵਰ ਸਾਡੇ 'ਤੇ ਵਹਾ ਦੂਗਾ ਪੁੱਤਰ ਆਤਮਾ। ਉਹ ਸਾਮਰਥ ਵਹਾ ਦੂਗਾ। ਪਰਮੇਸ਼ਵਰ ਸਾਨੂੰ ਉਹ ਸਾਮਰਥ ਦੇ ਦੂਗਾ ਜਿਸ ਦੇ ਦੁਆਰਾ ਖੁਦ ਉਸਨੇ ਮੌਤ 'ਤੇ ਫਤਿਹ ਪਾਈ। ਹਾਲੇਲੂਇਆ। ਸੋ ਇਸ ਤਰ੍ਹਾਂ ਪਰਮੇਸ਼ਵਰ ਨੇ ਮੇਰੇ ਜੀਵਨ 'ਚ ਮੈਨੂੰ ਬਹੁਤ ਤਰ੍ਹਾਂ ਨਾਲ ਬਹੁਤ ਤਜਰਬਿਆਂ 'ਚੋਂ ਕੱਢਿਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ। ਕਈ ਥਾਵਾਂ 'ਤੇ ਕਈ ਤਰ੍ਹਾਂ ਨਾਲ ਤਿਆਰੀ ਕਰਾਈ ਪਰਮੇਸ਼ਵਰ ਨੇ। ਜਿੱਦਾਂ ਮੂਸਾ ਨੂੰ ਇਸਰਾਏਲੀ ਲੋਕਾਂ ਨੂੰ ਜੋ ਛਡਾਉਣ ਤੋਂ ਪਹਿਲਾਂ ਮੂਸਾ ਨੂੰ ਲੈ ਗਿਆ ਭੇਡਾਂ ਚਰਾਉਣ ਲਈ। ਕਈ ਤਰ੍ਹਾਂ ਦਾ ਦੁੱਖ ਦਾ ਟਾਈਮ ਆਉਂਦਾ ਕੁਛ ਵੱਡੇ ਸੁੱਖ ਦੇ ਲਈ। ਅਤੇ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ। ਹੁਣ ਮੇਰੇ ਨਾਲ ਮੇਰੇ ਕਈ ਭੈਣ ਭਰਾ ਜੁੜੇ ਪਏ ਜਿਨ੍ਹਾਂ ਨੂੰ ਮੈਂ ਪਰਮੇਸ਼ਵਰ ਦਾ ਵਚਨ ਜਿਨ੍ਹਾਂ ਨਾਲ ਸਾਂਝਾ ਕਰਦਾ ਹੁੰਦਾ ਅਤੇ ਕੁਛ ਆਪਣੇ ਜੀਵਨ ਦੇ ਤਜਰਬੇ ਵੀ ਸ਼ੇਅਰ ਕਰਦਾ। ਅਤੇ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ। ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ। ਤੁਸੀਂ ਗਵਾਹੀ ਨੂੰ ਸੁਣਿਆ। ਪ੍ਰਭੂ ਤੁਹਾਨੂੰ ਬਲੈਸ ਕਰੇ। ਅੜੇ 'ਤੇ ਖੜ੍ਹੇ ਰਹੋ। ਪਰਮੇਸ਼ਵਰ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਜੋ ਸਾਨੂੰ ਜੀਵਨ ਦੇ ਸਕੇ, ਸਦਾ ਦਾ ਜੀਵਨ ਦੇ ਸਕੇ, ਸਦਾ ਦੀ ਖੁਸ਼ੀ ਦੇ ਸਕੇ। ਪੈਸਾ ਖੁਸ਼ੀ ਨਹੀਂ ਆ, ਥੋੜ੍ਹੇ ਟਾਈਮ ਦੀ ਖੁਸ਼ੀ ਆ। ਇੱਕ ਦਿਨ ਖੁਸ਼ੀ, 3 ਦਿਨ ਦੁੱਖ ਪੈਸੇ 'ਚ। ਪਰ ਜਦੋਂ ਪ੍ਰਭੂ 'ਚ ਸਾਡੀ ਟ੍ਰੇਨਿੰਗ ਤੋਂ ਬਾਅਦ ਸਾਨੂੰ ਪਰਮੇਸ਼ਵਰ ਸਿਖਾ ਦਿੰਦਾ ਹਰ ਇੱਕ ਚੀਜ਼ ਨੂੰ ਕਿੱਦਾਂ ਚੱਲਣਾ। ਅਸੀਂ ਲੇਟ ਹੋ ਜਾਂਦੇ। ਪਰਮੇਸ਼ਵਰ ਦਾ ਤਿਆਰ ਬੈਠਾ ਅੱਜ ਵੀ ਸਾਡੇ ਲਈ। ਅਸੀਂ ਬਾਈਬਲ ਨਹੀਂ ਪੜ੍ਹਦੇ। 20 ਸਾਲ 40 ਸਾਲ ਚਲੇ ਜਾਂਦੇ, ਚਰਚ 'ਚ ਜਾਈ ਜਾਂਦੇ, ਰੀਤੀ ਰਿਵਾਜ ਕਰਦੇ ਹਾਂ। ਪਰ ਪਰਮੇਸ਼ਵਰ ਪਵਿੱਤਰਤਾ ਹੀ ਨੂੰ ਮੰਗਦਾ। ਪਰਮੇਸ਼ਵਰ ਕਹਿੰਦਾ ਬਾਈਬਲ ਬਹੁਤ ਥਾਵਾਂ 'ਤੇ ਵਰਸਿਸ ਆ, ਦਿਨ ਰਾਤ ਮੇਰੀ ਵਿਵਸਥਾ 'ਤੇ ਧਿਆਨ ਕਰ। ਦਿਨ ਰਾਤ ਵਿਵਸਥਾ 'ਤੇ ਧਿਆਨ ਕਰਨ ਵਾਲਾ ਧੰਨ ਆ ਮਨੁੱਖ, ਹੈ ਨਾ। ਸੋ ਪਲੀਜ਼ ਅੱਗੇ ਵਧੋ। ਪਰਮੇਸ਼ਵਰ ਤੋਂ ਇਲਾਵਾ ਕਿਤੇ ਵੀ ਕੋਈ ਫੋਰਐਵਰ ਜ਼ਿੰਦਗੀ ਨਹੀਂ ਆ। ਸਿਰਫ ਪਰਮੇਸ਼ਵਰ ਤੋਂ ਹੀ ਅਧਿਕਾਰ ਆ ਸਵਰਗ ਰਾਜ ਦਾ। ਪਰਮੇਸ਼ਵਰ ਤੋਂ ਹੀ ਅਧਿਕਾਰ ਆ ਬਿਮਾਰੀਆਂ ਤੋਂ ਛੁਟਕਾਰਾ ਦੇਣ ਦਾ। ਪਰਮੇਸ਼ਵਰ ਤੋਂ ਹੀ ਜੀਵਨ ਆ, ਉਹੀ ਜੀਵਨ ਆ। ਯਿਸੂ ਜੀਵਨ ਆ, ਸੱਚਾਈ ਆ, ਰਾਸਤਾ ਆ। ਆਮੀਨ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਧੰਨਵਾਦ। ਜੈ ਮਸੀਹ ਦੀ।